ਭਾਰਤ ਬੰਦ 27 ਤਰੀਕ ਨੂੰ ਭਾਰਤ ਬੰਦ ਜਾਨੀ ਕਿ ਅੱਜ ਦੇ ਦਿਨ ਭਾਰਤ ਬੰਦ ਹੈ ਤੇ ਤਸਵੀਰਾਂ ਤੁਹਾਨੂੰ ਰੇਲਵੇ ਟਰੈਕ ਦੀਆਂ ਦਿਖਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਕਿਸਾਨ ਇੱਥੇ ਰੇਲਵੇ ਟਰੈਕ ਦੇ ਉੱਪਰ ਲੰਮੇ ਪਏ ਨੇ ਔਰ ਇਸ ਸਮੇਂ ਨਾਅਰੇਬਾਜ਼ੀ ਜਿਹੜੀ ਹੈਗੀ ਆ ਉਹ ਕੇਂਦਰ ਸਰਕਾਰ ਦੇ ਖਿਲਾਫ ਕੀਤੀ ਜਾ ਰਹੀ ਹੈ ਕਾਲੇ ਕਾਨੂੰਨਾਂ ਨੂੰ ਲੈ ਕੇ। 3 ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਪਿਛਲੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਤੋਂ ਸ਼ੁਰੂਆਤ ਹੁੰਦੀ ਹੈ ਤਾਂ 12-14 ਮਹੀਨਿਆਂ ਤੋਂ ਬੈਠੇ ਹੋਏ ਨੇ, ਪਰੰਤੂ ਦਿੱਲੀ ਬੈਠਿਆਂ ਨੂੰ 10 ਮਹੀਨੇ ਜਿਹੜੇ ਨੇ ਉਹ ਪੂਰੇ ਹੋ ਚੁੱਕੇ ਨੇ। ਸੋ ਇਹ ਤਸਵੀਰਾਂ ਰੇਲਵੇ ਟਰੈਕ ਦੀਆਂ ਹੈ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਮੋਦੀ ਸਰਕਾਰ ਮੁਰਦਾਬਾਦ, ਖੇਤੀ ਕਾਨੂੰਨ ਵਾਪਸ ਲਓ, ਮੋਦੀ ਸਰਕਾਰ ਹੋਸ਼ ਕਰੋ। ਰੇਲਵੇ ਟਰੈਕ ਦੀਆਂ ਤਸਵੀਰਾਂ ਨੇ, ਕਿਸਾਨ ਜਿਹੜੇ ਨੇ ਰੇਲਵੇ ਟਰੈਕ ਦੇ ਉੱਪਰ ਲੰਮੇ ਪਏ ਹੋਏ ਨੇ। ਖੇਤੀ ਕਾਨੂੰਨਾਂ ਦੇ ਖਿਲਾਫ ਭਾਰਤ ਜਿਹੜਾ ਉਹ ਬੰਦ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ ਸੀਗਾ ਔਰ ਉਹਦੇ ਤਹਿਤ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਰੇਲਵੇ ਟਰੈਕ ਦੀਆਂ। ਫਿਲਹਾਲ ਅਸੀਂ ਗੱਲਬਾਤ ਵੀ ਕਰਾਉਂਦੇ ਹਾਂ ਤਾਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸਾਨ ਇਸ ਵੇ ਨਾਅਰੇਬਾਜ਼ੀ ਕੀ ਕਰ ਰਹੇ ਨੇ। ਕਾਰਪੋਰੇਟ ਘਰਾਣੇ ਦੇ ਹੱਕ 'ਚ ਭੁਗਤਾਨ ਸਰਕਾਰਾਂ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ। ਸੋ ਇਹ ਤਸਵੀਰਾਂ ਜਿਹੜੀਆਂ ਨੇ ਰੇਲਵੇ ਟਰੈਕ ਤੋਂ ਤੁਹਾਨੂੰ ਦਿਖਾ ਰਹੇ ਹਾਂ। ਅਸੀਂ ਗੱਲਬਾਤ ਵੀ ਕਰਦੇ ਹਾਂ। ਹੱਕ ਲੈ ਕੇ ਰਹਾਂਗੇ, ਕਾਲੇ ਕਾਨੂੰਨ ਵਾਪਸ ਕਰੋ। 10 ਮਹੀਨੇ ਜਿਹੜੇ ਨੇ ਉਹ ਕਿਸਾਨਾਂ ਨੂੰ ਹੋ ਚੁੱਕੇ ਨੇ ਰੇਲਵੇ ਟਰੈਕ ਤੇ ਬੈਠਿਆ ਹੋਇਆ। ਆਪਣੇ ਹੱਕ ਲੈ ਕੇ ਰਹਾਂਗੇ, ਕਿਸਾਨਾਂ ਮਜ਼ਦੂਰਾਂ ਰਹੇਗਾ ਜਿੰਦਾਬਾਦ। ਸੋ ਅੱਜ ਅਸੀਂ ਜਾਣਦੇ ਹਾਂ ਕਿ ਰੇਲਵੇ ਟਰੈਕ ਦੇ ਉੱਪਰ ਕਿਸਾਨ ਬੈਠੇ ਹੋਏ ਨੇ। 10 ਮਹੀਨੇ ਹੋ ਚੁੱਕੇ ਨੇ ਕਿਸਾਨਾਂ ਨੂੰ ਰੇਲਵੇ ਟਰੈਕ ਤੇ ਬੈਠਿਆਂ ਹੋਇਆ। ਅੱਜ ਫਿਰ ਟ੍ਰੇਨਾਂ ਦੇ ਉੱਪਰ ਟ੍ਰੇਨ ਟਰੈਕ ਦੇ ਉੱਪਰ ਐਵੇਂ ਹੀ ਖੜੇ ਨੇ ਜਿਵੇਂ ਸ਼ੁਰੂਆਤ ਹੋਈ ਸੀਗੀ। ਇੰਨਾ ਸਮਾਂ ਹੋ ਗਿਆ, ਸਰਕਾਰ ਨੂੰ ਹਿਲਾਉਣ ਦੇ ਲਈ ਕਿੰਨੇ ਕੁ ਚਿਰ ਕਿਸਾਨ ਬੈਠੇ ਰਹਿਣਗੇ? ਦੇਖੋ ਜੀ, ਅਸੀਂ ਜਥੇਬੰਦੀਆਂ ਵੱਲੋਂ ਪਹਿਲਾਂ ਵੀ ਐਲਾਨ ਕੀਤਾ ਗਿਆ ਸੀ, ਅਸੀਂ 2024 ਦੀਆਂ ਤਿਆਰੀਆਂ ਕਰਕੇ ਬੈਠੇ ਹਾਂ ਕਿ ਜਿੰਨਾ ਚਿਰ ਤੱਕ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਹਨਾਂ ਚਿਰ ਤੱਕ ਅਸੀਂ ਟ੍ਰੇਨਾਂ ਤੇ ਰਵਾਂਗੇ। ਇਹਦੇ ਵਾਸਤੇ ਸਾਨੂੰ ਆਰ ਪਾਰ ਦੀ ਕੋਈ ਲੜਾਈ ਦਾ ਜੋ ਲਿਖਣਾ ਪਵੇ ਅਸੀਂ ਲਿਖਾਂਗੇ। ਮੋਦੀ ਸਰਕਾਰ ਜਿਹੜੀ ਹੈ ਔਰ ਉਹਦੀ ਗੱਲ ਕਰਦੇ ਹਾਂ ਜੇ ਤੇ ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੌਰੇ ਦੇ ਉੱਪਰ ਨੇ, ਅਮਰੀਕਾ ਦੇ ਵਿੱਚ ਗਏ ਹੋਏ ਨੇ ਔਰ ਕੀ ਲੱਗਦਾ ਹੈ ਕਿ ਉੱਥੋਂ ਕਿੰਨਾ ਕੁ ਲੋਕਾਂ ਦਾ ਸਮਰਥਨ ਮਿਲਿਆ ਔਰ ਕਿੰਨਾ ਕੁ ਨੈਗੇਟਿਵ ਜਿਹੜਾ ਉਹ ਇਕੱਠਾ ਕਰਕੇ ਲਿਆਏ ਨੇ? ਦੇਖੋ ਜੀ, ਕਿਸਾਨ ਅੰਦੋਲਨ ਦਾ ਜੋ ਰੂਪ ਹੀ ਉਹ ਇਸ ਟਾਈਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਉੱਥੇ ਜਾ ਚੁੱਕਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਜਿਹੜਾ ਵਾ ਕੇਂਦਰ ਸਰਕਾਰ ਨੂੰ ਬਹੁਤ ਵੱਡਾ ਸੇਕ ਪਹੁੰਚ ਰਿਹਾ ਵਾ, ਜਿਸ ਦੇ ਕਾਰਨ ਭਾਵੇਂ ਵਿਦੇਸ਼ ਦੇ ਵਿੱਚ ਇਸ ਟਾਈਮ ਜਿਹੜੇ ਪ੍ਰਧਾਨ ਮੰਤਰੀ ਗਏ ਨੇ ਉੱਥੋਂ ਵੀ ਜਿਹੜਾ ਉਹਨਾਂ ਨੂੰ ਨਿਰਾਸ਼ਾ ਸਾਹਮਣੇ ਆ ਰਹੀ ਆ। ਉੱਥੋਂ ਦੇ ਲੋਕ ਵੀ ਇੰਨੇ ਜਾਗਰੂਕ ਹੋ ਚੁੱਕੇ ਨੇ ਕਿ ਇੱਥੋਂ ਦੇ ਧਰਨਿਆਂ ਦੇ ਦੌਰਾਨ ਉੱਥੇ ਭਾਰੀ ਵਿਰੋਧ ਹੋ ਰਿਹਾ, ਜਿੱਥੋਂ ਕਿ ਉਹਨਾਂ ਦੀਆਂ ਤਸਵੀਰਾਂ ਨੂੰ ਜਿਹੜਾ ਵਾ ਛਿੱਤਰਾਂ ਦੇ ਹਾਰ ਜਿਹੜੇ ਪਾਏ ਜਾ ਰਹੇ ਉਹ ਵੀ ਜਿਹੜੀ ਇੱਕ ਸ਼ਰਮਨਾਕ ਗੱਲ ਆ ਕਿ ਇੱਕ ਕੇਂਦਰ ਸਰਕਾਰ ਹੋਵੇ, ਭਾਰਤ ਦਾ ਪ੍ਰਧਾਨ ਮੰਤਰੀ ਹੋਵੇ ਜਿਹਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਵਿਰੋਧ ਹੋ ਰਿਹਾ, ਉਹ ਇੱਕ ਅੰਦੋਲਨ ਦੀ ਹੀ ਬਦੌਲਤ ਆ ਜਿਹੜਾ ਕਿ ਉੱਥੇ ਜਿਹੜਾ ਵਿਰੋਧ ਹੋ ਰਿਹਾ ਵਾ। ਕੀ ਲੱਗਦਾ ਹੈ ਕਿ ਅੱਜ ਭਾਰਤ ਦੇ ਬੰਦ ਦੇ ਸੱਤੇ ਦੇ ਲੋਕਾਂ ਦਾ ਕਿੰਨਾ ਕੁ ਹੁੰਗਾਰਾ ਮਿਲਿਆ, ਕਿੰਨਾ ਕੁ ਸਮਰਥਨ ਮਿਲਿਆ ਹੈਗਾ ਆ ਕਿਸਾਨ ਅੰਦੋਲਨ ਨੂੰ, ਸੰਯੁਕਤ ਮੋਰਚੇ? ਦੇਖੋ ਜੀ, ਸੰਯੁਕਤ ਮੋਰਚੇ ਦੀ ਜਿਹੜੀ ਅਕਾਲ ਸੀ 27 ਬੰਦ ਨੂੰ ਜਿਹੜਾ ਅੱਜ ਪੂਰੇ ਭਾਰਤ ਦੇ ਵਿੱਚੋਂ ਵੱਡੇ ਪੱਧਰ ਤੇ ਜਿਹੜਾ ਸਮਰਥਨ ਮਿਲਿਆ ਵਾ ਅਸੀਂ ਦੇਖ ਕੇ ਆਏ ਆ। ਬਾਜ਼ਾਰ ਵੀ ਬੰਦ ਨੇ, ਜਿੰਨੇ ਸਰਕਾਰੀ ਅਦਾਰੇ ਵੀ ਬੰਦ ਨੇ, ਮੰਡੀਆਂ ਵੀ ਬੰਦ ਨੇ। ਇੱਕ ਖਬਰ ਮਿਲੀ ਸੀ ਕਿ ਕਹਿੰਦੇ ਪਾਸਪੋਰਟ ਦਫ਼ਤਰ ਖੁੱਲ੍ਹਾ ਵਾ, ਉੱਥੇ ਵੀ ਸਾਡੇ ਜਿਹੜੇ ਆਗੂ ਉੱਥੇ ਗਏ ਸੀ, ਇਸ ਟਾਈਮ ਬੰਦ ਆ। ਜੇ ਮੰਨੀਏ ਕਿ ਪੂਰੇ ਭਾਰਤ ਦਾ ਇਸ ਟਾਈਮ ਬਹੁਤ ਵੱਡਾ ਜਿਹੜਾ ਸਮਰਥਨ ਸਾਨੂੰ ਮਿਲਿਆ ਵਾ ਇਸ ਟਾਈਮ, ਜਿਹਦੇ ਨਾਲ ਅਸੀਂ ਕਹਾਂਗੇ ਕਿ ਅੱਜ 27 ਦਾ ਜਿਹੜਾ ਵਾ ਭਾਰਤ ਬੰਦ ਦਾ ਪੂਰਾ ਮੁਕੰਮਲ ਜਿਹੜਾ ਸਫਲ। ਦਿੱਲੀ ਦੇ ਵਿੱਚ ਵੀ ਕਿਸਾਨਾਂ ਦੇ ਵੱਲੋਂ ਬੰਦ ਕੀਤਾ ਗਿਆ ਕਿ ਨਹੀਂ? ਹਾਂਜੀ, ਦਿੱਲੀ ਦੇ ਵਿੱਚ ਵੀ ਜ਼ਿਆਦਾਤਰ ਉੱਥੋਂ ਦੀਆਂ ਜੋ ਖਬਰਾਂ ਆ ਰਹੀਆਂ, ਦਿੱਲੀ ਦੇ ਵਿੱਚ ਵੀ ਇਸ ਟਾਈਮ ਜੋ ਪੂਰੇ ਵੱਡੇ ਪੱਧਰ ਤੇ ਜਿਹੜੇ ਅਦਾਰੇ ਵੀ ਬੰਦ ਨੇ, ਦੁਕਾਨਾਂ ਵੀ ਬੰਦ ਨੇ, ਸਾਰਾ ਕੁਝ ਵੀ ਬੰਦ ਆ। ਜੇਕਰ ਕਿਤੇ ਕੋਈ ਖੁੱਲ੍ਹਾ ਨਜ਼ਰ ਆਉਂਦਾ ਵਾ ਤੇ ਜਥੇਬੰਦੀਆਂ ਅਪੀਲ ਕਰ ਰਹੀਆਂ ਤੇ ਉਹ ਅਪੀਲ ਨੂੰ ਜਿਹੜਾ ਵਾ ਬਿਲਕੁਲ ਮੰਨਿਆ ਜਾ ਰਿਹਾ। ਬੀਤੀ ਰਾਤ ਹੀ ਦਿੱਲੀ ਜਿਹੜੀ ਪੁਲਿਸ ਆ ਉਸ ਵੱਲੋਂ ਜਿਹੜਾ ਸੀਗਾ ਬਕਾਇਦਾ ਪੂਰੀ ਤਫਤੀਸ਼ ਕੀਤੀ ਜਾ ਰਹੀ ਸੀ, ਕੌਣ ਆ ਰਿਹਾ ਹੈ, ਕੌਣ ਜਾ ਰਿਹਾ ਹੈ, ਕਿਉਂਕਿ ਕਿਤੇ ਨਾ ਕਿਤੇ ਡਰ ਜ਼ਰੂਰ ਸੀਗਾ ਕਿ ਜੇ ਕਿਸਾਨ ਉੱਥੇ ਜਾਂਦੇ ਨੇ ਤਾਂ ਉੱਥੇ ਜਿਹੜਾ ਬੰਦ ਕਰਵਾਇਆ ਜਾਣਾ ਆ ਜਾਂ ਕਿਤੇ ਕੋਈ ਹੋਰ ਪ੍ਰੋਬਲਮ ਉਹਨਾਂ ਨੂੰ ਕ੍ਰੀਏਟ ਹੋ ਸਕਦੀ ਸੀਗੀ। ਸੋ ਕੀ ਲੱਗਦਾ ਹੈ ਕਿ ਲੋਕਾਂ ਨੇ ਆਪੇ ਬੰਦ ਕਰ ਲਿਆ ਜਾਂ ਕਿਸਾਨਾਂ ਨੂੰ ਖੁਦ ਜਾਣਾ ਪਿਆ?
ਨਹੀਂ ਜੀ, ਜ਼ਿਆਦਾਤਰ ਜਿਹੜਾ ਕਿਸਾਨਾਂ ਨੂੰ ਜਾਣਾ ਨਹੀਂ ਪਿਆ। ਕਿਸਾਨਾਂ ਵੱਲੋਂ ਜਿਹੜੀ ਅਪੀਲ ਕੀਤੀ ਗਈ ਸੀ, ਜਥੇਬੰਦੀਆਂ ਵੱਲੋਂ ਅਪੀਲ ਕੀਤੀ ਗਈ ਸੀ, ਉਸ ਅਪੀਲ ਨੂੰ ਜਿਹੜਾ ਵਾ ਲੋਕਾਂ ਨੇ ਬਹੁਤ ਹੀ ਬਖੂਬੀ ਦੇ ਨਾਲ ਮੰਨਿਆ ਤੇ ਉਹਦੇ ਅਪੀਲ ਦੇ ਕਰਕੇ ਸਾਰਾ ਬੰਦ ਆ। ਕਿਸਾਨਾਂ ਨੂੰ ਜਾਣ ਦੀ ਲੋੜ ਨਹੀਂ ਪਈ। ਹਾਂ, ਪ੍ਰਸ਼ਾਸਨ ਨੂੰ ਡਰ ਜ਼ਰੂਰ ਸੀ ਕਿ ਕਿਤੇ ਫੇਰ ਜਿਹੜੀ ਆ ਕਾਲ ਦਿੱਤੀ ਗਈ ਕਿਤੇ ਸੱਬੀ ਵਾਲਾ ਮਾਹੌਲ ਨਾ ਕ੍ਰੀਏਟ ਹੋ ਜੇ, ਇਸ ਕਰਕੇ ਜਿਹੜਾ ਜ਼ਿਆਦਾਤਰ ਕਹਿਣ ਦੀ ਲੋੜ ਨਹੀਂ ਪਈ ਤੇ ਕਿਸਾਨਾਂ ਦੀ ਅਪੀਲ ਜਿਹੜੀ ਆ, ਜਥੇਬੰਦੀਆਂ ਦੀ ਅਪੀਲ ਜਿਹੜੀ ਆ ਲੋਕਾਂ ਨੇ ਜਿਹੜੀ ਵੱਡੇ ਪੱਧਰ ਤੇ ਮੰਨੀ ਆ ਤੇ ਇਸ ਕਰਕੇ ਉਹਦਾ ਬੰਦ ਕੀਤਾ ਸੀ। ਕਿਹੜੀ ਜਥੇਬੰਦੀ ਤੁਸੀਂ ਸੰਬੰਧਿਤ, ਕਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ? ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਜੰਡਿਆਲਾ ਗੁਰੂ ਦਾ ਮੈਂ ਆਗੂ ਆ ਤੇ ਸਾਡੀ ਜਿਹੜੀ ਜਥੇਬੰਦੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਹੜੀ ਸਾਡੀ ਜਥੇਬੰਦੀ। ਅੱਛਾ ਜੀ, ਹੁਣ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸੀਐਮ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਸੀਐਮ ਵੱਲੋਂ ਮੁਆਵਜ਼ੇ ਦੀ ਗੱਲ ਕੀਤੀ ਗਈ ਹੈ ਨਰਮਾ ਬੈਲਟ ਦੇ ਵਿੱਚ। ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੰਜਾਬ ਦੇ ਜਿਹੜੇ ਨਵੇਂ ਸੀਐਮ ਆਏ ਨੇ ਕਿਸਾਨੀ ਖੇਤੀ ਹੋਣਗੇ ਕਿ ਜਾਂ ਨਹੀਂ? ਦੇਖੋ ਜੀ, ਸਿਆਸਤ ਜਿਹੜੀ ਆ ਕਿਸੇ ਵੀ ਕੋਨੇ ਤੋਂ ਕਰ ਲਿੱਤੀ ਜਾਵੇ ਉਹ ਚੱਲਦੀ ਆ। ਹੁਣ ਇਸ ਟਾਈਮ 3 ਮਹੀਨੇ ਕੋਈ 2-3 ਮਹੀਨੇ ਰਹਿ ਗਏ ਆ, ਜਿਹੜਾ ਇਸ ਟਾਈਮ ਸੀਐਮ ਦਾ ਬਦਲ ਜਾਣਾ ਇਹ ਵੀ ਇੱਕ ਸਿਆਸਤ ਦਾ ਪੈਂਤੜਾ ਵਾ। ਸਾਨੂੰ ਲੱਗਦਾ ਨਹੀਂ ਆ ਕਿ ਜਿਹੜਾ ਇਸ ਟਾਈਮ ਜਿਹੜੇ ਸੀਐਮ ਕਹਿ ਰਹੇ ਨੇ ਕਿ ਅਸੀਂ ਆਹ ਕਰਾਂਗੇ, ਪਰ ਸਾਨੂੰ ਲੱਗਦਾ ਨਹੀਂ ਕੁਝ ਹੋਵੇ। ਚਲੋ ਆਸ ਇੱਕ ਹੁੰਦੀ ਆ, ਪਰ ਹੋਣ ਦਾ ਕੋਈ ਹੈ ਨਹੀਂ। ਇੱਕ ਸਿਆਸੀ ਪੈਂਤੜਾ ਵਾ ਖੇਡਿਆ ਜਾ ਰਿਹਾ ਵਾ। ਦਲਿਤ ਭਾਈਚਾਰੇ ਦਾ ਜਿਹੜਾ ਸੀਐਮ ਬਣਾ ਦੇਣਾ, ਕਿਉਂਕਿ ਦਲਿਤਾਂ ਦੇ ਵਿੱਚ ਖੁਸ਼ੀ ਤਾਂ ਜ਼ਰੂਰ ਹੈਗੀ ਆ, ਪਰ ਸਾਨੂੰ ਨਹੀਂ ਲੱਗਦਾ ਕਿ ਇਸ ਟਾਈਮ ਜਿਹੜਾ ਵਾ ਜੋ ਸਾਡੀਆਂ ਮੰਗਾਂ ਨੇ ਉਹ ਹੱਲ ਹੋਣਗੀਆਂ। ਇਹਦੇ ਵਾਸਤੇ ਸਾਨੂੰ ਧਰਨੇ ਪ੍ਰਦਰਸ਼ਨ ਕਰਨੇ ਹੀ ਪੈਣਗੇ। ਸਵੇਰ ਦੀ ਕੋਈ ਟ੍ਰੇਨ ਜਿਹੜੀ ਆ ਉਹ ਇੱਥੋਂ ਦੀ ਲੰਘੀ ਹੈ ਜਾਂ ਸਵੇਰ ਦੀ ਕੋਈ ਟ੍ਰੇਨ ਵੀ ਨਹੀਂ ਗੁਜ਼ਰੀ? ਨਹੀਂ ਜੀ, ਅਸੀਂ 6 ਵਜੇ ਤੋਂ ਇੱਥੇ ਆਣ ਕੇ ਅਸੀਂ ਬੈਠੇ ਹੋਏ ਆ। 6 ਵਜੇ ਤੋਂ ਆਪਣਾ ਜਿਹੜਾ ਵਾ ਧਰਨਾ ਇੱਥੇ ਜਾਰੀ ਕਰ ਦਿੱਤਾ। ਕੋਈ ਟ੍ਰੇਨ ਨਹੀਂ ਆਈ, ਨਾ ਕੋਈ ਮੈਸੇਜ ਆਇਆ। ਉਦੋਂ ਤੋਂ ਹੀ ਜਿਹੜਾ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਅਰਥ ਦੀ ਜਿਹੜੀ ਲਾਈਨ ਸੀ ਉਹ ਵੀ ਉਹਨਾਂ ਨੇ ਬੰਦ ਕਰਵਾਈ ਹੋਈ ਆ। ਤੁਸੀਂ ਦੇਖ ਸਕਦੇ ਹੋ ਇਸ ਟਾਈਮ ਅਰਥ ਦੀ ਵੀ ਜਿਹੜੀ ਆ ਪ੍ਰਸ਼ਾਸਨ ਵੱਲੋਂ ਜਿਹੜੀ ਲਾਈਨ ਆ ਪੂਰੀ ਬੰਦ ਕਰਵਾ ਦਿੱਤੀ ਗਈ ਸੀ ਕਿ ਕੋਈ ਵੀ ਟ੍ਰੇਨ ਜਿਹੜੀ ਅੱਜ ਤੱਕ ਨਹੀਂ ਚੱਲ ਰਹੀ, ਨਾ ਚੱਲੇਗੀ ਤੇ ਨਾ ਚੱਲਣ ਦੇਵਾਂਗੇ ਜੀ। ਨਾ ਚੱਲਣ ਦਿਓਗੇ। ਸੋ ਸਰਕਾਰ ਜਿਹੜਾ ਇੱਥੇ ਦੇ ਜਿਹੜੇ ਨੁਮਾਇੰਦੇ ਇੱਥੇ ਬੈਠੇ ਨੇ, ਰੇਲਵੇ ਵਿਭਾਗ ਦੇ ਜਿਹੜੇ ਕਰਮਚਾਰੀ ਨੇ, ਉਹਨਾਂ ਵੱਲੋਂ ਸਹਿਯੋਗ ਮਿਲ ਰਿਹਾ ਤੁਹਾਨੂੰ ਸਰਕਾਰ ਵੱਲੋਂ? ਹਾਂਜੀ ਬਿਲਕੁਲ, ਜਿਹੜਾ ਰੇਲਵੇ ਵਿਭਾਗ ਦੇ ਜਿਹੜੇ ਇੱਥੇ ਅਧਿਕਾਰੀ ਬੈਠੇ ਨੇ ਉਹਨਾਂ ਵੱਲੋਂ ਸਹਿਯੋਗ ਇਹ ਮਿਲਿਆ ਵਾ ਕਿ ਉਹਨਾਂ ਨੇ ਆਣ ਕੇ ਕਿਹਾ ਸੀ ਕਿ ਇਹਦੇ ਵਿੱਚ ਸ਼ਾਰਟ ਵੀ ਆਉਂਦਾ, ਅਰਥ ਵੀ ਆਉਂਦਾ। ਉਹਦੇ ਕਰਕੇ ਅਰਥ ਜਿਹੜੇ ਆ ਲਾ ਦਿੱਤੇ ਗਏ ਸੀ ਕਿ ਜਿਹੜਾ ਕਿਸੇ ਤਰ੍ਹਾਂ ਦਾ ਅੰਦੋਲਨ ਨੂੰ ਨੁਕਸਾਨ ਨਾ ਪਹੁੰਚੇ, ਨਾ ਕਿਸੇ ਕਿਸਾਨ ਦਾ ਨਾ ਕੋਈ ਨੁਕਸਾਨ ਪਹੁੰਚੇ। ਇਸ ਕਰਕੇ ਉਹਨਾਂ ਦਾ ਸਮਰਥਨ ਸਾਨੂੰ ਮਿਲ ਰਿਹਾ। ਤੁਸੀਂ ਆਪ ਹੀ ਦੇਖ ਰਹੇ ਹੋ ਕਿ ਵੱਡੀ ਪੱਧਰ ਤੇ ਸਮਰਥਨ ਮਿਲ ਰਿਹਾ ਸਾਨੂੰ। ਜੇ ਬਾਜ਼ਾਰਾਂ ਦੀ ਗੱਲ ਕਰਦੇ ਹਾਂ ਤਾਂ ਪੂਰੇ ਭਾਰਤ ਵਿੱਚ ਬਾਜ਼ਾਰ ਵੀ ਬੰਦ ਨੇ। ਆਵਾਜਾਈ ਤਾਂ ਪੂਰਨ ਤੌਰ ਤੇ ਠੱਪ ਹੈਗੀ ਆ। ਰੇਲਵੇ ਆਵਾਜਾਈ ਵੀ ਠੱਪ ਹੈਗੀ ਹੈ ਔਰ ਦੂਜੀ ਸੜਕੀ ਆਵਾਜਾਈ ਵੀ ਠੱਪ ਹੈ। ਕੀ ਲੱਗਦਾ ਹੈ ਕਿ ਬਾਜ਼ਾਰ ਜਿਹੜੇ ਨੇ ਉਹ ਵੀ ਬੰਦ ਹੋਣਗੇ? ਜੀ ਬਿਲਕੁਲ, ਸਵਾਲ ਬਹੁਤ ਵਧੀਆ। ਬਾਜ਼ਾਰ ਜਿਹੜੇ ਅਸੀਂ ਦੇਖਿਆ ਵਾ, ਬਾਜ਼ਾਰ ਤਕਰੀਬਨ ਹੀ ਬੰਦ ਨੇ। ਕੋਈ ਵੀ ਦੁਕਾਨ ਖੁੱਲੀ ਨਹੀਂ ਹੈਗੀ। ਸਿਰਫ ਅਸੀਂ ਐਮਰਜੈਂਸੀ ਜਿਹੜੀ ਛੋਟ ਦਿੱਤੀ ਹੋਈ ਆ, ਜਿਵੇਂ ਦੁੱਧ ਵਾਲੇ ਚੱਲ ਗਏ ਜਾਂ ਐਂਬੂਲੈਂਸ ਚੱਲ ਗਈ, ਉਹਦੇ ਵਾਸਤੇ ਛੋਟ ਦਿੱਤੀ ਆ। ਬਾਕੀ ਸਾਰੇ ਜਿੱਥੇ ਕਿਤੇ ਖੁੱਲੇ ਨਜ਼ਰ ਆਉਂਦੇ ਵੀ ਆ, ਉੱਥੇ ਜਾ ਕੇ ਅਪੀਲ ਕਰਦੇ ਆ ਤਾਂ ਅਪੀਲ ਦੀ ਜਿਹੜੀ ਸਾਨੂੰ ਅਪੀਲ ਜਿਹੜੀ ਉਹ ਮੰਨ ਕੇ ਪੂਰਾ ਸਮਰਥਨ ਮਿਲ ਰਿਹਾ ਸਾਨੂੰ ਇਸ ਟਾਈਮ। ਸੋ ਇੱਥੇ ਕਿਸਾਨਾਂ ਦਾ ਜੋਸ਼ ਜਿਹੜਾ ਹੈ ਉਹ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਹੈ? ਬਿਲਕੁਲ ਜੀ, ਬਰਕਰਾਰ ਰਹੇਗਾ। ਅਜੇ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਪੱਧਰ ਤੇ ਲੋਕ ਇੱਥੇ ਪਹੁੰਚ ਰਹੇ ਆ, ਮੈਸੇਜ ਆ ਰਹੇ, ਸਾਰੇ ਇੱਥੇ ਪਹੁੰਚ ਰਹੇ ਆ ਤੇ ਪਹਿਲਾਂ ਵਾਂਗ ਹੀ ਜਿਹੜਾ ਜੋਸ਼ ਉਹਨਾਂ ਦੇ ਵਿੱਚ ਉਹਦੇ ਨਾਲ। ਇੱਕ ਖਾਸ ਸਵਾਲ ਮੇਰਾ ਤੁਹਾਨੂੰ, ਪੰਜਾਬ ਦੇ ਜਿਹੜੇ ਸੀਐਮ ਨਵੇਂ ਬਣੇ ਨੇ ਉਹਨਾਂ ਨੇ ਨਿਯੁਕਤੀ ਪੱਤਰ ਦਿੱਤੇ ਨੇ ਕਿਸਾਨਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਦੇ ਵਿੱਚ ਸ਼ਹਾਦਤਾਂ ਹੋਈਆਂ ਨੇ, ਸੋ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਜੀ ਬਿਲਕੁਲ, ਜਿਨ੍ਹਾਂ ਦੀਆਂ ਕਿਸਾਨਾਂ ਦੀਆਂ ਜਾਂ ਮਜ਼ਦੂਰਾਂ ਦੀਆਂ ਧਰਨਿਆਂ ਮੁਜ਼ਾਹਰਿਆਂ ਦੇ ਵਿੱਚ ਸ਼ਹਾਦਤਾਂ ਹੋਈਆਂ ਨੇ, ਅਸੀਂ ਤਾਂ ਜਿਹੜੀ ਮੰਗ ਕੀਤੀ ਸੀ ਕਿ 10 ਲੱਖ ਰੁਪਈਆ ਤੇ ਪਰਿਵਾਰ ਨੂੰ ਨੌਕਰੀ ਮਿਲੇ। ਸੋ ਉਹਨਾਂ ਦੇ ਨੋਟਿਸ ਜ਼ਰੂਰ ਆਏ ਨੇ, ਕਹਿੰਦੇ ਕਿ ਅਸੀਂ ਇਹ ਜਲਦੀ ਲਾਗੂ ਕਰ ਰਹੇ ਆ, ਕਰਨਗੇ। ਠੀਕ ਆ, ਉਹਦੇ ਤੋਂ ਬਾਅਦ ਵੀ ਦੱਸ ਦਈਏ ਕਿ 28 ਤਰੀਕ ਤੋਂ ਜਿਹੜੇ ਡੀਸੀਆਂ ਦਫ਼ਤਰਾਂ ਦੇ ਧਰਨੇ ਚੱਲ ਰਹੇ, ਉਹ ਵੀ ਇਸੇ ਸੰਬੰਧ 'ਚ ਚੱਲ ਰਹੇ ਨੇ ਸਾਡੇ ਕਿ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਨੌਕਰੀਆਂ ਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ। ਤਾਂ ਪਹਿਲਾਂ ਜਿਹੜੇ ਸਾਡੇ ਉੱਥੇ ਆ ਖੇਤੀ ਕਾਨੂੰਨ ਜਿਹੜੇ ਪਹਿਲ ਦੇ ਆਧਾਰ ਤੇ ਉੱਥੇ ਹੋਣਗੇ ਰੱਦ ਕਰਵਾਉਣ ਵਾਸਤੇ। ਬਾਕੀ ਜੋ ਵੀ ਮੰਗਾਂ ਵਾ ਅਸੀਂ ਉਹ ਲੈ ਕੇ ਉੱਥੇ ਜਿਹੜਾ ਵਾ। ਸਵਾਲ ਮੇਰਾ ਇਹ ਵੀ ਹੈ ਕਿ 26 ਤਰੀਕ ਨੂੰ ਬੜਾ ਵੱਡਾ ਪ੍ਰੈਸ਼ਰ ਸੀਗਾ ਸਰਕਾਰ ਦੇ ਉੱਪਰ ਕਿਸਾਨਾਂ ਦੇ ਦੁਆਰਾ, ਉਸ ਤੋਂ ਬਾਅਦ ਉਹ ਪ੍ਰੈਸ਼ਰ ਘਟਦਾ ਹੀ ਗਿਆ ਔਰ ਅੱਜ ਸਰਕਾਰ ਜਿਹੜੀ ਉਹ ਕਿਸਾਨਾਂ ਦੀ ਪਰਵਾਹ ਨਹੀਂ ਕਰਦੀ। ਕਾਰਨ ਕੀ ਰਿਹਾ? ਨਹੀਂ ਜੀ, ਇਹ ਕਹਿ ਤਾਂ ਨਹੀਂ ਸਕਦੇ ਕਿ ਅਸੀਂ ਜਿਹੜਾ ਵਾ ਉਹਨਾਂ ਦੇ ਪ੍ਰੈਸ਼ਰ ਬਣਾ ਸਕੀਏ। ਅਸੀਂ ਇਹ ਕਹਿ ਰਹੇ ਹਾਂ ਕਿ ਜਿੰਨਾ ਪ੍ਰੈਸ਼ਰ ਬਣਾਇਆ ਜਾਵੇ ਵਧੀਆ। ਜਥੇਬੰਦੀਆਂ ਜੋ ਇੱਕ ਤਰੀਕੇ ਨਾਲ ਮੀਟਿੰਗ ਕਰ ਰਹੀਆਂ ਵਾ, ਜਿੱਦਾਂ ਵੀ ਹੋ ਸਕਦਾ ਵਾ ਅਸੀਂ ਜਿਹੜਾ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਬਣਾਉਣ ਦੇ ਵਿੱਚ ਕਾਮਯਾਬ ਹੋ ਰਹੇ ਹਾਂ। ਸੋ ਇਦਾਂ ਦੇ ਹੋਰ ਵੀ ਕਈ ਜਿਹੜੇ ਅੰਦੋਲਨ ਸਾਡੇ ਕਈਆਂ ਤਰੀਕੇ ਦੇ ਚੱਲ ਰਹੇ ਆ। ਬਿਲਕੁਲ।
ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਉਦੋਂ ਤੁਸੀਂ ਦੇਖ ਸਕਦੇ ਹੋ ਕਿ ਕੁਝ ਬੀਬੀਆਂ ਜਿਹੜੀਆਂ ਨੇ ਕੇਸਰੀ ਚੁੰਨੀਆਂ ਲੈ ਕੇ ਜਿਹੜੀਆਂ ਨੇ ਇੱਥੇ ਆ ਰਹੀਆਂ ਨੇ ਸਾਹਮਣੇ। ਇਹ ਇੱਥੇ ਰੇਲਵੇ ਟਰੈਕ ਦੇ ਉੱਪਰ ਜਿੱਥੇ ਧਰਨਾ ਦਿੱਤਾ ਜਾ ਰਿਹਾ ਸੀਗਾ ਉੱਥੇ ਬੀਬੀਆਂ ਪਹੁੰਚੀਆਂ ਹੋਈਆਂ ਨੇ। ਜਿੱਥੇ ਕਿਤੇ ਸ਼ਮੂਲੀਅਤ ਦੇ ਵਿੱਚ ਜਿਹੜੇ ਵਿਅਕਤੀ ਜਿਹੜੇ ਆਦਮੀਆਂ ਦੀ ਗੱਲ ਕਰਦੇ ਆ ਤਾਂ ਉੱਥੇ ਹੀ ਔਰਤਾਂ ਦੀ ਸ਼ਮੂਲੀਅਤ ਵੀ ਉਨੀ ਹੀ ਹੈਗੀ ਆ। ਤੁਸੀਂ ਇੱਥੇ ਰੇਲਵੇ ਟਰੈਕ ਦੇ ਉੱਪਰ ਧਰਨੇ ਦੇ ਉੱਪਰ ਆਏ ਹੋ? ਜੀ ਹਾਂਜੀ ਹਾਂਜੀ। ਕਿਹੜੇ ਪਿੰਡ ਤੋਂ ਆਏ? ਇੱਥੇ ਲਾਗੇ ਤੋਂ ਦੂਰ ਤੋਂ? ਪੰਨਵਾ ਤੋਂ ਅੱਛਾ ਇੱਥੇ ਲਾਗੇ ਤੋਂ ਆਏ ਹੋ? ਹਾਂਜੀ ਹਾਂਜੀ ਤੁਹਾਡੇ ਨਾਲ ਆਏ ਨੇ ਸਾਰੇ? ਹਾਂਜੀ ਸਾਡੇ ਨਾਲ ਆਇਆ। ਹਾਂਜੀ ਹਾਂਜੀ ਸਾਰਾ ਦਿਨ ਫਿਰ ਤੁਸੀਂ ਰੇਲਵੇ ਟਰੈਕ ਤੇ ਹੀ ਰਹੋਗੇ? ਹਾਂਜੀ ਬਿਲਕੁਲ ਬਿਲਕੁਲ ਜੀ। ਉੱਥੇ ਬੀਬੀਆਂ ਨੇ ਚੁੰਨੀਆਂ ਕੇਸਰੀ ਲਈਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਬਾਣਾ ਦਿੱਤਾ ਸੀਗਾ ਤੇ ਫਿਰ ਉਸੇ ਹੀ ਤਰ੍ਹਾਂ ਐ ਅਡੋਲ ਬੈਠੀਆਂ ਰਹਿਣਗੀਆਂ। ਹਾਂਜੀ ਹਾਂਜੀ। ਸਾਡਾ ਆਪਣਾ ਕੇਸਰੀ ਚਿੰਨ੍ਹ ਸਾਡਾ ਇਹ ਨਹੀਂ ਭੁੱਲ ਸਕਦੇ ਇਹਨੂੰ ਸਾਡੇ ਜੀ। ਇਹ ਸਾਡੇ ਸਰੋਪੇ ਆਏ ਸਾਡਾ ਚਿੰਨ੍ਹ ਸਾਡਾ ਇਹ ਲਿਆ ਵੀ ਚਿੰਨ੍ਹ ਅਸੀਂ ਲਿਆ ਸੀਗਾ। ਇਹ ਤਾਂ ਕਹਿੰਦੇ ਨਾ ਵੀ ਝੰਡਾ ਸਾਡਾ ਵਾ, ਝੰਡਾ ਇਹਨਾਂ ਦੇ ਪਿਓ ਦਾ ਵਾ। ਇਹ ਜਦੋਂ ਤਿੰਨ ਰੰਗ ਸੀਗੇ ਝੰਡੇ ਦੇ, ਤਿੰਨਾਂ ਦੇ ਇੱਕ ਮੁਸਲਮਾਨ ਦਾ, ਇੱਕ ਹਿੰਦੂ ਦਾ ਤੇ ਇੱਕ ਦੂਜਾ ਸੀਗਾ ਇਹਨਾਂ ਸਿੱਖਾਂ ਦਾ। ਇਹ ਜਦੋਂ ਮਤਲਬ ਆਪਣੇ ਬਘੇਲ ਸਿੰਘ ਹੋਇਆ ਤੇ ਇਹਨਾਂ ਨੇ ਮਤਲਬ ਆ ਜਿਹੜੇ ਇੱਕ ਮੋਤੀ ਲਾਲ ਤੇ ਇੱਕ ਜਵਾਹਰ ਲਾਲ ਨਹਿਰੂ ਜਿਹੜਾ ਦੂਜਾ ਕੀ ਨਾਂ ਉਹਦਾ, ਉਹ ਉਹਨਾਂ ਨੇ ਕਿਹਾ ਚਾਲ ਖੇਡੀ। ਉਹਨਾਂ ਨੇ ਜਾ ਕੇ ਤੇ ਇਹਨਾਂ ਇਹ ਆਪਣੇ ਜਿਹੜੇ ਦੂਜੇ ਹੈਗੇ ਆ ਸਰਦਾਰ ਆ ਸਿੱਖ ਕੌਮ ਬਹਾਦਰ ਵਾ, ਇਹਨਾਂ ਬਹਾਦਰ ਕੌਮ ਆ, ਮਾਰਸ਼ਲ ਕੌਮ ਆ। ਇਹਨਾਂ ਨੇ ਅੱਗੇ ਹੋਣਾ ਤੇ ਇਹਨਾਂ ਜਾ ਕੇ ਉਹਨਾਂ ਨੇ ਕਿਹਾ ਮਿਹਨਤ ਕੀਤੀ ਵੀ ਇਦਾਂ ਹੁਣ ਤਾਂ ਸਾਡਾ 47 ਦੇ ਵਿੱਚ ਲੜਾਈ ਹੋਣ ਵਾਲੀ, ਕਿੱਦਾਂ ਕਰੀਏ। ਉਹਨਾਂ ਨੇ ਕਿਹਾ ਵੀ ਇਦਾਂ ਤੁਰ ਪੈਣਾ। ਉਹਨਾਂ ਨੇ ਕਿਹਾ ਠੀਕ ਹੈ ਅਸੀਂ ਤੁਰ ਪਾਂਗੇ, ਪਹਿਲਾਂ ਆਪਣੇ ਝੰਡੇ ਕੋ ਨਿਸ਼ਾਨ ਕੋ ਇਨਸਾਫ ਲੈ ਲਓ, ਉਹਦੇ ਕੋਲ ਇਨਸਾਫ ਲਓ। ਜਿਹੜਾ ਰੰਗ ਅੱਗੇ ਹੋਊਗਾ ਉਹ ਅੱਗੇ ਲੱਗੂਗਾ ਤੇ ਸਾਡਾ ਰੰਗ ਥੱਲੇ ਆ, ਅਸੀਂ ਥੱਲੇ ਲੱਗਾਂਗੇ, ਅਸੀਂ ਮਗਰ ਜਾਵਾਂਗੇ, ਪਹਿਲਾਂ ਲੱਗਾਂਗੇ। ਇਹਨਾਂ ਹਿੰਦੂਆਂ ਦਾ ਰੰਗ ਟੋਪੀਆਂ ਵਾਲਿਆਂ ਦਾ ਉੱਪਰ ਸੀਗਾ, ਚਿੱਟਾ ਰੰਗ ਜਿਹੜਾ ਇਹਨਾਂ ਦਾ ਉੱਪਰ ਸੀਗਾ ਤੇ ਸਾਡਾ ਜਿਹੜਾ ਕੇਸਰੀ ਸੀ ਥੱਲੇ ਸੀਗਾ। ਪਹਿਲਾਂ ਜਿਹੜਾ ਵੇਖੋ 47 ਦੇ ਵਿੱਚ ਵੇਖੋ ਕਿ ਜਿਹੜਾ ਉਹ ਝੰਡਾ ਜਿਹੜਾ, ਲੇਕਿਨ ਇਹ ਬੜੇ ਚਲਾਕ ਸੀ। ਇਹਨਾਂ ਕਿਹਾ ਜੀ ਉਹਨੂੰ ਪੁੱਛੋ ਮਤਲਬ ਆਪਣੇ ਨਾਲ, ਉਹਨੇ ਕਿਹਾ ਠੀਕ ਹੈ ਅਸੀਂ ਆਪਣਾ ਰੰਗ ਬਦਲੀ ਕਰ ਦਿੰਦੇ ਹਾਂ। ਉਦੋਂ ਦਾ ਰੰਗ ਜਿਹੜਾ ਕੇਸਰੀ ਰੰਗ ਜਿਹੜਾ ਵਾ ਉਦੋਂ ਤੇ ਪਹਿਲੇ ਨੰਬਰ ਤੋਂ ਹੋਇਆ, ਤਾਂ ਕਰਕੇ ਫਿਰ ਅੱਗੇ ਲੱਗੇ ਖਾਲਸਾ। ਉਸੇ ਪ੍ਰਕਾਰ ਅੱਜ ਕਿਸਾਨੀ ਸੰਘਰਸ਼ ਵੀ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ, ਪੰਜਾਬ ਤੋਂ ਹੀ, ਉਸ ਤੋਂ ਬਾਅਦ ਬਾਕੀ ਭਾਰਤ ਵਿੱਚ ਫੈਲਦਾ ਹੈ ਤੇ ਇਸੇ ਹੀ ਫਲਸਫੇ ਨੂੰ ਲੈ ਕੇ ਤੁਸੀਂ ਚੱਲ ਰਹੇ ਹੋ ਕਿਉਂਕਿ ਸ਼ੁਰੂਆਤ ਜਿਹੜੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਦਿੱਤੀ ਸੀਗੀ ਕਿ ਸੰਘਰਸ਼ ਕਰਨ। ਹਾਂਜੀ ਬਿਲਕੁਲ ਇਹੋ ਅਸੀਂ ਆਪਣੇ ਗੁਰੂ ਗੋਬਿੰਦ ਸਿੰਘ ਦੇ ਪੈਰ ਤੇ ਚੱਲਣਾ ਵਾ। ਸਾਡੇ ਜੋ ਉਹਨਾਂ ਸ਼ਹੀਦੀਆਂ ਪਾਈਆਂ ਬਾਬਾ ਦੀਪ ਸਿੰਘ ਹੋਣਾ ਨੇ, ਬੰਦਾ ਸਿੰਘ ਬਹਾਦਰ ਨੇ, ਸਾਨੂੰ ਜਿਹੜੀ ਜ਼ਮੀਨਾਂ ਸਾਨੂੰ ਮਿਲੀਆਂ ਬਾਬਾ ਬੰਦਾ ਸਿੰਘ ਦਿੱਤੀਆਂ ਸਾਨੂੰ, ਅਸੀਂ ਆਪਣੀ ਜ਼ਮੀਨਾਂ ਕਿੱਦਾਂ ਛੱਡ ਦਾਂਗੇ। ਇਹ ਸਾਡੇ ਮੋਦੀ ਜਿਹੜਾ ਵਾ 1 ਸਾਲ ਹੋ ਗਿਆ ਧੱਕਾਸ਼ਾਹੀ ਕਰਨ ਡਿਆ ਵਾ। ਇੰਨੇ ਮਤਲਬ ਖੂਨ ਖਰਾਬੇ ਹੋਇਆ, 700 ਬੰਦਾ ਉੱਥੇ ਸ਼ਹੀਦ ਹੋ ਗਿਆ ਸਾਡੇ ਦਿੱਲੀ ਮੋਰਚੇ ਦੇ, ਤੇ ਇਹਦੇ ਉੱਤੇ ਕੰਧ ਉੱਤੇ ਜੂਨ ਸੜਕ ਨਹੀਂ। ਅਸੀਂ ਤਾਂ ਹੁਣ ਆਪਣੇ ਪਹਿਰੇ ਤੇ ਜ਼ਬਰਦਸਤੀ ਰਹਾਂਗੇ। ਆ ਬੀਬੀਆਂ ਹੋਰ ਮਗਰ ਟਰਾਲੀਆਂ ਭਰ ਕੇ ਆਉਣ ਡੀਆਂ, ਤਿਆਰ ਵਾ ਹੌਲੀ ਹੌਲੀ ਕਰਕੇ ਆਪਣੇ, ਕਿਉਂਕਿ ਇਹਨਾਂ ਨੇ ਹੁਣ ਝੋਨੇ ਦੀ ਖੇਤ ਤਿਆਰ ਹੈ ਨਾ, ਮਤਲਬ ਫਸਲ ਦੇ ਰਹੇ ਲੋਕੀ ਕਪੈਨਾਂ ਨਾਲ ਵਢਾ ਕੇ ਲੋਕ ਖਾਂਦੇ ਆ, ਤਾਂ ਹੌਲੀ ਹੌਲੀ ਬੀਬੀਆਂ ਇਸੇ ਤਰ੍ਹਾਂ ਆਉਣਗੀਆਂ। ਮਤਲਬ ਕੀ ਅੱਜ ਪੂਰਾ ਦਿਨ ਫਿਰ ਧਰਨਾ ਪ੍ਰਦਰਸ਼ਨ ਚੱਲੂਗਾ ਔਰ ਤੁਸੀਂ ਇੱਥੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰੋਗੇ? ਹਾਂਜੀ ਪੂਰਾ ਦਿਨ ਅੱਜ ਕਰਨਾ ਜੀ ਅਸੀਂ। ਪੂਰਾ ਦਿਨ ਕਰਨਾ ਹਾਂਜੀ। ਔਰ ਕਿਵੇਂ ਤੁਹਾਡੇ ਘਰ ਦਾ ਮਗਰੋਂ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ ਕਿ ਜਦੋਂ ਤੁਸੀਂ ਇੱਥੇ ਆ ਕੇ ਬੈਠਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਸਾਨੂੰ, ਕੋਈ ਨਹੀਂ। ਉਹ ਕਹਿੰਦੇ ਬੀਬੀਆਂ ਜਿਹੜੀਆਂ 500 ਰੁਪਏ ਦੇ ਉੱਤੇ ਖਰੀਦ ਕੇ ਲਿਆਂਦੀਆਂ ਜਾਂਦੀਆਂ ਆ, ਬੜਾ ਪਿੱਛੇ ਚੱਲਦਾ ਸੀਗਾ, ਹੁਣ ਤੁਸੀਂ ਉਹਦਾ ਜਰਾ ਆਪਣੀ ਮਰਜ਼ੀ ਨਾਲ ਹੁੰਦੇ, ਕੋਈ ਕਿਸੇ ਨੂੰ ਖਰੀਦ ਕੇ ਨਹੀਂ ਲਿਆਉਂਦਾ ਤੇ ਨਾ ਕੋਈ ਦਿੰਦਾ ਹੀ ਪੈਸੇ ਜੀ। ਇਹ 'ਚ ਪੈਸੇ ਦੇਣ ਦਾ ਕੋਈ ਕੰਮ ਨਹੀਂ, ਇਹ 'ਚ ਸਾਡਾ ਆਪਣਾ ਕਿਸਾਨਾਂ ਦਾ ਕੰਮ ਹੈ, ਆਪਣਾ ਕੰਮ ਹੈ। ਔਰ ਤਾਂ ਤੁਸੀਂ ਤਾਂ ਆਏ ਹੋ, ਇਹ ਕਿਵੇਂ ਲੱਗਦਾ ਸੀਗਾ ਜਦੋਂ ਕਿ ਬੀਬੀਆਂ ਨੂੰ ਕਿਹਾ ਜਾਂਦਾ ਸੀਗਾ? ਜਨਤਾ ਵਾਸਤੇ ਹੀ ਹੈ। ਕਿਵੇਂ ਲੱਗਦਾ ਸੀਗਾ ਜਦੋਂ ਬੀਬੀਆਂ ਨੂੰ ਇਹ ਗੱਲ ਕਹੀ ਜਾਂਦੀ ਸੀਗੀ 500 ਰੁਪਏ ਦੇ ਕੇ ਲਿਆਂਦੀਆਂ ਗਈਆਂ? ਲੱਗਦਾ ਸੀ ਜਦੋਂ ਇਦਾਂ ਕਹਿੰਦੇ ਜੀ, ਜਦੋਂ ਅਸੀਂ ਖਰੀਦੇ ਹੀ ਨਹੀਂ ਗਏ ਤਾਂ ਕਿਉਂ ਕਹਿੰਦੇ ਜੀ, ਹਨਾ? ਗਲਤ ਗੱਲ ਕਿ ਇੰਨਾ ਕੁ ਮੁੱਲ ਪਾ ਦਿੱਤਾ ਗਿਆ ਹੈ ਆਪਣੇ ਘਰ ਦੇ ਲਈ ਚੱਲਣ ਦਾ। ਤੇ 500 ਰੁਪਇਆ ਵੀ ਕੋਈ ਘਰ ਚੀਜ਼ ਹੁੰਦੀ ਜਿਹੜੀ ਖਰੀਦ ਕੇ ਤੇ ਅਗਲੇ ਨੂੰ ਕਹਿ ਦੋ ਵੀ ਤੁਸੀਂ ਇੱਥੇ ਆ ਜਾਓ ਤੇ ਘਰ ਛੱਡਿਆ ਜਾਂਦਾ, ਇੰਨਾ ਕੁਛ ਛੱਡਿਆ ਜਾਂਦਾ 500 ਬਦਲੇ ਜੀ। ਇਹ ਆਪਣੀ ਸਿੱਖੀ ਵਾਸਤੇ ਸਭ ਕੁਝ ਛੱਡਣਾ ਪੈਂਦਾ ਧਰਮਾਂ ਨੂੰ। ਸੋ ਬੀਬੀਆਂ ਦੇ ਜਜ਼ਬੇ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਹੋ। ਪੂਰਾ ਦਿਨ ਇੱਥੇ ਰੇਲਵੇ ਟਰੈਕ ਦੇ ਉੱਪਰ ਬੈਠਣਾ ਹੈ। ਕਿੰਨੇ ਵਜੇ ਤੱਕ ਇਹ ਧਰਨਾ ਚੱਲਦਾ ਰਹੇਗਾ? ਇਹ ਜੀ 6 ਤੋਂ ਚੱਲ 4 ਵਜੇ ਤੱਕ ਧਰਨਾ ਮਤਲਬ ਤਾਂ ਉਹ ਤੋਂ ਬਾਅਦ ਚੁੱਕੇ ਰਹਿਣਾ 4 ਵਜੇ ਤੱਕ ਬਿਲਕੁਲ ਜਿਹੜਾ ਆਵਾਜਾਈ ਠੱਪ ਰਹੇਗੀ ਰੇਲਵੇ ਟਰੈਕ ਦੇ ਉੱਪਰ, ਕੋਈ ਟ੍ਰੇਨ ਨਹੀਂ ਲੱਗੀ। ਬਿਲਕੁਲ ਜੀ, ਕੋਈ ਟ੍ਰੇਨ ਦੇ ਲੰਘਣ ਦੇਵਾਂਗੇ ਬਾਬੂ ਤੇ ਅਸੀਂ ਰੋਕਾਂਗੇ। ਬਾਬੂ ਤੇ ਵੈਸੇ ਉਹਨਾਂ ਨੂੰ ਟੈਲੀਫੋਨ ਕਰ ਦਿੱਤੇ ਆ, ਉਹਨੂੰ ਬੰਦ ਕਰ ਦਿੱਤੇ, ਉਦੋਂ ਬੰਦ ਕਰਤੇ ਸੀਗੇ ਜਦੋਂ ਇੱਥੇ ਅਸੀਂ ਆਗ ਲਾ ਕੇ ਚਾਣੀਆਂ ਲਾ ਦਿੱਤੀਆਂ, ਤਿਆਰ ਕਰਤਾ ਸੀ ਚੋਰੇ। ਤੇ ਅਸੀਂ ਦੁਬਾਰੇ ਮੁੜ ਕੇ ਇਹਨਾਂ ਬੀਬੀਆਂ ਲੈਣ ਗਏ ਤੇ ਫਿਰ ਦੁਬਾਰਾ ਆਏ ਇੱਥੇ, ਤੇ ਪਹਿਲਾਂ ਅਸੀਂ ਇੱਥੇ ਆਗ ਲਾ ਕੇ ਸਭ ਕੁਝ ਤਿਆਰ ਕਰਕੇ ਗਏ ਇੱਥੇ ਆ ਕੇ। ਤੇ ਇਹ ਬਿਲਕੁਲ ਅਡੋਲ ਵਾ, ਬੇਧੜਕ ਹੋ ਕੇ ਇੱਥੇ ਆ ਕੇ ਬਹਿਣਗੇ। ਮਤਲਬ ਕਿਸੇ ਚੀਜ਼ ਦਾ ਸਾਨੂੰ ਖੌਫ ਨਹੀਂ ਆ ਕਿਸੇ ਦਾ ਵੀ, ਕਿਉਂ ਅਸੀਂ ਆਪਣੀ ਜ਼ਮੀਨਾਂ ਦਾ ਅਸੀਂ ਆਪਣੇ ਹੱਕ ਦੇ ਸੱਚ ਦੀ ਲੜਾਈ ਲੜਦੇ। ਅਸੀਂ ਕੁਝ ਨਜਾਇਜ਼ ਤੇ ਕੁਝ ਮੰਗਦੇ ਨਹੀਂ ਮੋਦੀ ਕੋ।
ਹੈਂ ਪਿੰਡਾਂ ਦੇ ਵਿੱਚ ਦੁਕਾਨਾਂ ਵੀ ਪੂਰਨ ਤੌਰ ਤੇ ਬੰਦ ਨੇ। ਹਾਂ ਕਾਫੀ ਬੰਦ ਆ, ਕੋਈ ਜਿਹੜੇ ਸਿਆਣੇ ਲੋਕ ਕਿਸੇ ਨੇ ਭਾਵੇਂ ਮਜਬੂਰੀ ਕਰਕੇ ਕੋਈ ਇੱਕ ਮੈਡੀਕਲ ਸਟੋਰ ਉਹ ਖੁੱਲਾ, ਬਾਕੀ ਸਭ ਬੰਦ ਬਾਕੀ ਸਭ ਬੰਦ ਵਾ ਜੀ। ਅੱਛਾ ਜੀ, ਬਿਲਕੁਲ ਸਭ ਬੰਦ ਕੀਤਾ ਗਿਆ ਹੈ। ਔਰ ਆਮ ਲੋਕ ਜਿਹੜੇ ਨੇ ਉਹ ਤੁਹਾਡੀ ਹਮਾਇਤ ਵਿੱਚ ਪੂਰਨ ਤੌਰ ਤੇ ਪਹੁੰਚੇ ਹੋਏ ਨੇ। ਬਿਲਕੁਲ ਜੀ ਬਿਲਕੁਲ ਆ ਰਹੇ, ਹੌਲੀ ਆ ਰਹੇ ਆ, ਮਤਲਬ ਸਾਰੇ ਵੇਖੋ ਹੋਰ ਤੁਸੀਂ ਘੰਟੇ ਤੱਕ ਇਹ ਮਤਲਬ ਪੂਰਾ ਜਿਹੜਾ ਟਰੈਕ ਹੈ ਪੂਰਾ ਫੁੱਲ ਭਰ ਜਾਣਾ, ਮਤਲਬ ਪਤਾ ਨਹੀਂ ਲੱਗਣਾ ਕਿੰਨੀ। ਕਿੰਨੇ ਸਮੇਂ ਤੋਂ ਇਹ ਰੇਲਵੇ ਟਰੈਕ ਦੇ ਉੱਪਰ ਧਰਨਾ ਲੱਗਿਆ ਸੀਗਾ? ਪਹਿਲਾਂ ਵੀ ਕਾਫੀ ਲੰਬਾ, ਇੱਕ ਸਾਲ ਤੋਂ ਉੱਪਰ ਪਹਿਲਾਂ ਵੀ ਜਿਹੜਾ ਧਰਨਾ ਲੱਗਾ ਰਿਹਾ ਸੀ ਫਿਰ ਚੁੱਕ ਲਿਆ ਸੀਗਾ, ਤੇ ਜਿਹੜਾ 1 ਸਾਲ ਪਹਿਲਾਂ ਮਤਲਬ ਪਿਛਲੇ ਸਤੰਬਰ ਦੇ ਵਿੱਚ ਧਰਨਾ ਵੀ ਲਾਇਆ ਗਿਆ ਸੀਗਾ, ਜੋ ਡੀਸੀ ਦਾ ਧਰਨਾ ਲੱਗਾ ਸੀਗਾ ਆਪਣੇ 2020 ਦੇ ਵਿੱਚ, ਤੇ ਉਹ ਚੁੱਕਿਆ ਹੋਇਆ ਤੋਂ ਬਾਅਦ ਮੁੜ ਕੇ ਚੁੱਕਿਆ ਗਿਆ ਸੀ। ਫਿਰ ਅਸੀਂ ਤੇ ਸਿੱਧਾ ਉੱਥੇ ਦਿੱਲੀ ਚਲੇ ਗਏ ਸੀਗੇ, ਤੇ ਦਿੱਲੀ 10 ਮਹੀਨੇ ਚੱਲੇ ਜਿਹੜਾ ਧਰਨਾ ਲਗਾਤਾਰ ਚੱਲ ਰਿਹਾ। 26 ਤਰੀਕ ਤੋਂ ਹਾਂਜੀ 10 ਮਹੀਨੇ ਹਾਂਜੀ 10 ਤੋਂ ਉੱਪਰ ਜਾ ਰਹੇ ਹੋ। ਕੀ ਲੱਗਦਾ ਹੈ ਕਿ ਇੰਨਾ ਲੰਬਾ ਸਮਾਂ ਹੋ ਗਿਆ, ਬੀਬੀਆਂ ਵੀ ਤੁਹਾਡੇ ਨਾਲ ਨੇ, ਤੁਸੀਂ ਵੀ, ਅਸੀਂ ਇੱਥੇ ਧੁੱਪ 'ਚ ਖੜੇ ਆ, ਤਿੱਖੀ ਧੁੱਪ ਹੈਗੀ ਆ, ਬੇਸ਼ੱਕ ਮੌਸਮ ਬਦਲ ਰਿਹਾ ਪਰੰਤੂ ਹਾਲਾਤ ਅਜੇ ਵੀ ਉਹੀ ਨੇ। ਸਰਕਾਰ ਜਿਹੜੀ ਆ ਕਿੰਨੀ ਕੁ ਜਾਗਰੂਕ ਹੈਗੀ ਆਪਣੇ ਲੋਕਾਂ ਪ੍ਰਤੀ, ਕਿੰਨੀ ਕੁ ਸੰਵੇਦਨਸ਼ੀਲ ਹੈਗੀ ਆ ਕਿ ਉਹਦੇ ਜਿਹੜੀ ਜਨਤਾ ਹੈਗੀ ਆ ਉਹ ਸੜਕਾਂ ਤੇ ਰੁਲ ਰਹੀ ਆ, ਉਹਦੀ ਜਨਤਾ ਰੇਲਵੇ ਟਰੈਕ ਦੇ ਉੱਪਰ ਰੁਲ ਰਹੀ ਹੈ। ਕੀ ਸਰਕਾਰ ਨੂੰ ਅਮਰੀਕਾ ਦਾ ਦੌਰਾ ਜ਼ਰੂਰੀ ਸੀ ਕਿ ਜਾਂ ਇਹਨਾਂ ਕਿਸਾਨਾਂ ਦੇ ਵਿੱਚ ਆਉਣਾ ਜ਼ਰੂਰੀ ਸੀ? ਇਹ ਉਹਦੇ ਇਹਨਾਂ ਦੀ ਬੇਵਕੂਫੀ ਹੈ ਜਿਹੜਾ ਮਤਲਬ ਜਾ ਕੇ ਹੁਣ ਉੱਥੇ ਬਹਿ ਗਿਆ। ਹੁਣ ਵੇਖੋ ਤੁਸੀਂ ਅਮਰੀਕਾ ਦੇ ਵਿੱਚ ਜਾ ਕੇ ਕਿੰਨਾ ਅਮਰੀਕਾ ਵਾਲਿਆਂ ਨੇ ਇਹਨਾਂ ਰੋਸ ਕੀਤਾ, ਉਹਨਾਂ ਦੇ ਇਹਦੇ ਮੋਦੀ ਦੇ ਜੁੱਤੀਆਂ ਦੇ ਹਾਰ ਪਾਏ ਆ ਤੇ ਫੋਟੋਆਂ ਦੇ ਉੱਤੇ ਇੰਨੀ ਇਹਦੀ ਬੇਇੱਜ਼ਤੀ ਕੀਤੀ ਆ, ਇਹਨੂੰ ਲੱਗਦੀ ਨਹੀਂ ਗੀ, ਬਹੁਤ ਢੀਠ ਹੋ ਗਿਆ। ਮੇਰੀ ਉਹੀ ਗੱਲ ਹੈ ਨਾ ਕਿ ਮੇਨ ਜ਼ਰੂਰਤ ਕੀ ਸੀਗੀ? ਆਪਣੇ ਲੋਕਾਂ ਦੀ ਆਵਾਜ਼ ਜਿਨ੍ਹਾਂ ਨੇ ਬਣਾਇਆ ਹੈ ਪ੍ਰਧਾਨ ਮੰਤਰੀ, ਉਹਨਾਂ ਦੀ ਆਵਾਜ਼ ਸੁਣਨੀ ਜ਼ਰੂਰੀ ਸੀ ਜਾਂ ਅਮਰੀਕਾ ਦਾ ਦੌਰਾ ਜ਼ਰੂਰੀ? ਉਹਦੀ ਫਿਰ ਉਹਦੀ ਸੋਚ ਜਿਹੜੀ ਮਾੜੀ ਹੈ ਨਾ ਹੈਗੀ, ਉਹਦੀ ਸੋਚ ਸਹੀ ਨਹੀਂ ਹੈਗੀ। ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਆ, ਇਹਨੂੰ ਨਿਰਪੱਖ ਹੋ ਕੇ ਦੇਸ਼ ਵਾਸਤੇ ਬੋਲਣਾ ਚਾਹੀਦਾ, ਨਾ ਕਿ ਕਾਰਪੋਰੇਟ ਘਰਾਣਿਆਂ ਦੇ ਇੱਕ ਦੋਵਾਂ ਦਾ ਹੋਵੇ। ਅਸੀਂ ਵੀ ਪ੍ਰਧਾਨ ਮੰਤਰੀ ਜੀ ਦੀ ਪੂਰੀ ਇੱਜ਼ਤ ਕਰਦੇ ਆ, ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆ। ਅਸੀਂ ਕਹਿੰਦੇ ਆ ਕਿ ਅਸੀਂ ਪਰੇਸ਼ਾਨ ਜਿਹੜੇ ਲੋਕ ਆ ਸਾਡੀ ਆਣ ਕੇ ਵਿੱਚ ਫਰਿਆਦ ਸੁਣੇ, ਆਪਣੇ ਜੋ ਸਾਡੇ ਆ ਇਹ 3 ਕਾਨੂੰਨ ਆ ਰੱਦ ਕਰੇ, ਤਾਂ ਕਿ ਖੁਸ਼ੀ ਕਿਸਾਨ ਮਜ਼ਦੂਰ ਆਪਣੇ ਘਰ 'ਚ ਆਉਣ, ਆਪਣੇ ਘਰੋਂ ਵਾਪਸ ਪਰਤਣ ਤੇ ਆਪਣੇ ਪਰਿਵਾਰ ਦੇ ਵਿੱਚ ਜ਼ਿੰਦਗੀ ਬਤੀਤ ਕਰਨ। ਕਿਸੇ ਇਨਸਾਨ ਦਾ, ਕਿਸੇ ਜ਼ਿਮੀਂਦਾਰ ਦਾ, ਮਜ਼ਦੂਰ ਦਾ ਦਿਲ ਨਹੀਂ ਕਰਦਾ ਅੱਜ ਸੜਕਾਂ ਤੇ ਬੈਠਣ ਨੂੰ, ਲੇਕਿਨ ਹਰ ਇੱਕ ਬੰਦਾ ਬੱਚੇ ਛੱਡ ਕੇ ਆਇਆ ਆਪਣੇ ਘਰ ਦੇ ਵਿੱਚ, ਜਨਾਨੀਆਂ ਆਪਣੇ ਬੱਚੇ ਛੱਡ ਕੇ ਆਈਆਂ ਵਾ, ਉਹ ਚਾਹੁੰਦੀਆਂ ਵਾ ਕਿ ਇਹ ਜੋ ਕਾਨੂੰਨ ਹੈ ਰੱਦ ਹੋਣ ਤੇ ਅਸੀਂ ਆਪਣੇ ਖੁਸ਼ੀ ਘਰ ਦੇ ਪਰਿਵਾਰ ਦੇ ਵਿੱਚ ਜੀਵਨ ਸੁਖੀ ਨਾ ਬਤੀਤ। 1 ਸਾਲ ਦਾ ਜਿਹੜਾ ਸਫ਼ਰ ਹੁੰਦਾ ਹੈ, 1 ਸਾਲ ਦਾ ਸਮਾਂ ਹੁੰਦਾ ਹੈ, ਬਹੁਤ ਵੱਡਾ ਸਫ਼ਰ ਹੁੰਦਾ ਹੈ। ਇਸ ਸਮੇਂ ਦੇ ਦੌਰਾਨ ਜੇ ਕੋਈ ਬੰਦਾ ਕਿਸੇ ਚੀਜ਼ ਦੀ ਪ੍ਰੈਕਟਿਸ ਕਰਦਾ ਹੈ ਤਾਂ ਉਹ ਕਿਸੇ ਅਹੁਦੇ ਤੇ ਪਹੁੰਚ ਜਾਂਦਾ ਹੈ। ਜੇ ਅਸੀਂ ਗੱਲ ਕਰਦੇ ਹਾਂ ਤਾਂ 1 ਸਾਲ ਦੇ ਵਿੱਚ ਤਬਦੀਲੀਆਂ ਇੰਨੀਆਂ ਹੋ ਜਾਂਦੀਆਂ ਕਿ ਬੰਦੇ ਨੂੰ ਪਹਿਚਾਨਣਾ ਵੀ, ਜੇ ਅਸੀਂ ਗੱਲ ਕਰੀਏ ਤੇ ਬੱਚਾ ਵੀ ਜਿਹੜਾ ਵੱਡਾ ਹੋ ਜਾਂਦਾ ਉਹਨੂੰ ਵੀ ਕਈ ਵਾਰ ਪਹਿਚਾਨਣਾ ਮੁਸ਼ਕਿਲ ਹੋ ਜਾਂਦਾ। ਕਿ ਇੰਨੇ ਸਮੇਂ ਦੇ ਦੌਰਾਨ ਸਰਕਾਰ ਨੂੰ ਆਪਣੀ ਜਨਤਾ ਦੇ ਉੱਪਰ ਜਰਾ ਵੀ ਤਰਸ ਨਹੀਂ ਆਇਆ? ਇਹ ਤੇ ਹੁਣ ਸਰਕਾਰ ਨੂੰ ਉਹਨਾਂ ਦੇ ਤਰਸ ਆਉਣਾ ਜਾਂ ਨਾ ਆਉਣਾ, ਸਾਡਾ ਤੇ ਇੱਕ ਰੋਸ਼ ਆ। ਅਸੀਂ ਤੇ ਰੋਸ਼ ਤੁਹਾਡੇ ਜਰੀਏ ਆਪਣਾ ਕਰ ਰਹੇ ਆ ਵੀ ਸਾਨੂੰ ਇਹ ਚੀਜ਼ਾਂ ਵੀ ਸਾਡੀਆਂ ਕਾਨੂੰਨ ਰੱਦ ਕਰਕੇ ਸਾਨੂੰ ਖੁਸ਼ੀ ਹਰ ਇਨਸਾਨ ਦਾ ਜੀ ਕਰਦਾ ਆਪਣੇ ਪਰਿਵਾਰ ਵਿੱਚ, ਬੱਚਿਆਂ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਬਿਤਾਉਣ ਦਾ। ਅਸੀਂ ਵੀ ਇਹ ਸੋਚਦੇ ਹਾਂ ਕਿ ਮੋਦੀ ਜੀ ਆਪਣੇ ਜੋ ਕਾਰਵਾਈ ਆਪਣੀ ਕਾਨੂੰਨ ਰੱਦ ਕਰੇ, ਤਾਂ ਕਿ ਸਾਡੀਆਂ ਭੈਣਾਂ, ਸਾਡੀਆਂ ਮਾਵਾਂ, ਸਾਡੀਆਂ ਧੀਆਂ, ਸਾਡੇ ਬਾਪ ਬਜ਼ੁਰਗ ਜਿਹੜੇ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਆਪਣੀ ਜ਼ਿੰਦਗੀ ਕਰਾਉਣ। ਬਾਕੀ ਜਿਹੜੀ ਰਹੀ ਗੱਲ ਤੁਸੀਂ ਕਹਿੰਦੇ ਕੋ ਤਰਸ ਨਹੀਂ ਆਇਆ, ਤਰਸ ਨਹੀਂ ਆਇਆ ਤੇ ਸੁੱਖ ਦੀ ਚੈਨੇ ਤੋਂ ਵੀ ਨਹੀਂ ਬੈਠੇ। ਅੱਜ ਜੇ ਦੇਖਿਆ ਜਾਵੇ ਇਹ ਮਤ ਸੋਚੇ ਕਿ ਉਹਨਾਂ ਨੂੰ ਉਹਨਾਂ ਦੇ ਕੰਨਾਂ ਤੇ ਹੋ ਸਕਦਾ ਹਾਥੀ ਭੱਜੇ ਫਿਰਦੇ ਆ, ਪਰ ਉਹਨਾਂ ਦੇ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਜੁੜੇ ਹੋਏ ਆ ਉਹ ਮੋਦੀ ਨੂੰ ਅੱਗੇ ਨਹੀਂ ਆਉਣ ਦਿੰਦੇ, ਜਾਂ ਉਹ ਜਿਹੜੇ ਦਲਾਲ ਆ ਉਹਨਾਂ ਦੇ, ਉਹ ਤੇ ਕਹਿੰਦੇ ਸੀ ਨਾ ਕਿਸਾਨ ਦਲਾਲ ਆ, ਕਿਸਾਨਾਂ ਦੇ ਵਿੱਚ ਦਲਾਲ ਹੋਇਆ। ਪਰ ਮੈਂ ਇਹ ਕਹੂੰਗਾ ਮੋਦੀ ਸਰਕਾਰ ਦਲਾਲ ਦੇ ਵਿੱਚ ਜਿਹੜੇ ਬੈਠੇ ਆ, ਜਿਹੜੇ ਕਿ ਇਹਨਾਂ ਨੂੰ ਵਿੱਚ ਪਾਸ ਨਹੀਂ ਹੋਣ ਦਿੰਦੇ, ਕਿਰਪਾ ਕਰੇ ਇਹਨਾਂ ਕਿਸਾਨਾਂ ਦੇ ਵਿੱਚ ਆਣ ਕੇ ਇਹਨਾਂ ਦੇ ਕਾਨੂੰਨ ਰੱਦ ਕਰਕੇ। ਅਡਾਨੀਆਂ ਦੀ ਪੋਰਟ ਦੇ ਉੱਪਰੋਂ 3000 ਕਿਲੋ ਜਿਹੜੀ ਆ ਹੈਰੋਇਨ ਫੜੀ ਗਈ ਆ। ਉੱਥੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਜ਼ਿੰਮੇਵਾਰੀ ਨਹੀਂ ਕੀ ਆਉਂਦਾ ਹੈ ਜਾਂ ਕੀ ਨਹੀਂ ਆਉਂਦਾ ਹੈ। ਕੀ ਲੱਗਦਾ ਹੈ ਕਿ ਜੇ ਕਿਸੇ ਦੀ ਗੱਡੀ ਦੇ ਵਿੱਚੋਂ ਫੜੀ ਜਾਵੇ, ਗੱਡੀ ਕਿਸੇ ਦੀ ਕੋਈ ਲਿਆਇਆ ਹੋਵੇ, ਮੰਨ ਲਓ ਮੰਗ ਕੇ ਲਿਆਇਆ ਹੋਵੇ, ਉਸ ਗੱਡੀ ਦੇ ਵਿੱਚੋਂ ਹੈਰੋਇਨ ਫੜੀ ਜਾਵੇ ਜਾਂ ਕੋਈ ਨਸ਼ਾ ਫੜਿਆ ਜਾਵੇ, ਕੀ ਪੁਲਿਸ ਜਿਹੜੀ ਆ ਉਸ ਗੱਡੀ ਦੇ ਮਾਲਕ ਤੱਕ ਪਹੁੰਚ ਨਹੀਂ ਕਰਦੀ? ਕਿਉਂ ਨਹੀਂ ਕਰਦੀ? ਇੱਕ ਮਾਸਾ ਜਿੰਨੀ ਚੀਜ਼ ਫੜੀ ਜਾਵੇ ਤੇ ਤਾਂ ਮਤਲਬ ਕਿੱਥੋਂ ਤੱਕ ਉਹਨਾਂ ਦੇ ਕੇਸ ਪਹੁੰਚ ਜਾਂਦੇ ਆ। ਕਿਸੇ ਤੋਂ 10 ਗੋਲੀਆਂ ਫੜੀ ਜਾਣ ਤੇ ਤਾਂ ਕਹਿੰਦਾ ਹੈ। ਤੇ ਇਹਦੇ ਉਹਦੇ ਦੋ ਕੰਟੇਨਰ ਜਿਹੜੇ ਆ ਹੀਰੋਇਨ ਦੇ ਡਰੱਗਸ ਦੇ ਫੜੇ ਗਏ ਆ, ਇਹ ਉਹ ਮੋਦੀ ਇਹਦੇ ਹੀ ਆ, ਆਪਣੇ ਅਡਾਨੀ ਬਾਨੀ ਦੇ ਹੀ ਆ ਸਾਰੇ, ਪੂਰੇ 2 ਕੰਟੇਨਰ ਆਏ ਆ ਜਿਹੜੇ ਆਪਣੇ ਉੱਥੇ ਅਡਾਨੀ ਪੋਰਟ ਤੋਂ ਆਏ, ਜਿਹੜੇ ਉੱਥੋਂ ਆਏ ਆ
ਆਪਣੇ ਮੁੰਦਰਾ ਆਪਣੇ ਪੋਰਟ ਤੋਂ ਆਏ ਜਿਹੜੇ, ਤੇ ਇਹ ਕੋਈ ਨਿੱਜੀ ਚੀਜ਼ ਆਏ, ਉੱਡ ਕੇ ਤੇ ਆ ਹੀ ਨਹੀਂ ਗਈ। ਇੱਥੋਂ ਬਾਰਡਰ ਦੇ ਉੱਤੋਂ ਚਿੜੀ ਖੰਭ ਨਹੀਂ ਮਾਰ ਸਕਦੀ ਇਹਨਾਂ ਤੋਂ। ਲੱਗਦਾ ਪੰਜਾਬ ਦਾ ਨਾਂ ਹੈ ਕਿ ਪਾਕਿਸਤਾਨ ਤੋਂ ਪੰਜਾਬ ਦੇ ਜਰੀਏ ਬਾਰਡਰ ਦੇ ਜਰੀਏ ਜਿਹੜੀ ਨਸ਼ਾ ਹੈ ਉਹਦੀ ਸਮਗਲਿੰਗ ਕੀਤੀ ਜਾਂਦੀ ਹੈ, ਜਾਂ ਜੇ ਇੰਨੀ ਵੱਡੀ ਖੇਪ ਹੈਰੋਇਨ ਦੀ ਆ ਸਕਦੀ ਹੈ ਤਾਂ ਹਥਿਆਰ ਵੀ ਸਪਲਾਈ ਹੋ ਸਕਦੇ। ਜ਼ਰੂਰ ਕਰਦੇ ਹੋਣਗੇ ਇਹਨਾਂ ਜਿਹੜੇ ਕਾਰਪੋਰੇਟ ਘਰਾਣੇ ਇਹ ਕੁਝ ਵੀ ਕਰ ਸਕਦੇ ਆ। ਇਹ ਜੋ ਕਹੋਗੇ ਉਹ ਸੱਚ ਵਾ, ਇਹਨਾਂ ਬਿਲਕੁਲ ਸੱਚ ਵਾ। ਇਹਦੇ ਹਾਂ ਜਿਹੜੀ ਆ 3000 ਕਿਲੋ ਜਿਹੜੀ ਆ ਆਈ ਆ ਡਰੱਗਸ ਆਈ ਜਿਹੜੀ ਆ 21 ਕਰੋੜ ਦੀ ਆਏ, ਤੇ ਹਿਸਾਬ ਲਾਓ ਵੀ ਜੇ ਪੰਜਾਬ 'ਚ ਆਉਣੀ ਆ ਤੇ 20000 ਕਰੋੜ ਦੀ 21000 ਕਰੋੜ ਦੀ ਆ ਜਿਹੜੀ ਆਈ ਹੈ। ਇਹ ਹਿਸਾਬ ਲਾਓ ਵੀ ਕਿੱਥੇ ਜਾਣਾ ਸੀ ਕੰਮ। ਇਹ ਪੰਜਾਬ ਦੀ ਬਰਬਾਦੀ ਸੀ ਨਾ। ਇਹ ਪੂਰੇ ਭਾਰਤ ਦੀ ਪੂਰਾ ਖਾਸ ਕਰਕੇ ਉਹਨਾਂ ਦਾ ਟਾਰਗੇਟ ਇਹ ਆ ਭਾਰਤ ਦਾ ਨਹੀਂ ਕਹਿੰਦੇ, ਅਸੀਂ ਪੰਜਾਬ ਦਾ ਕਹਿੰਦੇ। ਉਹਨਾਂ ਨੇ ਪੰਜਾਬ 'ਚ ਸੁੱਟਣੀ ਸੀ, ਪੰਜਾਬੀਆਂ ਨੂੰ ਉਹਨਾਂ ਨੇ ਬਰਬਾਦ ਕਰਨਾ ਪੰਜਾਬ ਨੂੰ, ਤੇ ਉਹਨਾਂ ਨੇ ਇਹਨਾਂ ਨੂੰ ਸਹੀ ਬਣਾ ਕੇ ਅੱਗੇ। ਗ੍ਰਹਿ ਮੰਤਰਾਲੇ ਦੀ ਕੀ ਜ਼ਿੰਮੇਵਾਰੀ ਸੀਗੀ ਇੱਥੇ? ਗ੍ਰਹਿ, ਜੇ ਅਸੀਂ ਗੱਲ ਕਰਦੇ ਹਾਂ, ਜਿਨ੍ਹਾਂ ਨੇ ਪੂਰਾ ਪ੍ਰਬੰਧ ਦੇਖਣਾ ਹੁੰਦਾ ਆ ਭਾਰਤ ਦੇ ਵਿੱਚ ਅਜਿਹੀ ਕੋਈ ਚੀਜ਼ ਜਿਹੜੀ ਆ ਉਹ ਨਾ ਆਵੇ। ਸੋ ਕੀ ਲੱਗਦਾ ਹੈ ਕਿ ਪ੍ਰਬੰਧ ਕਿਹੋ ਜਿਹਾ ਸੀਗਾ ਇੰਨੀ ਵੱਡੀ ਜਿਹੜੀ ਖੇਪ ਫੜੇ ਜਾਣ ਤੋਂ ਬਾਅਦ? ਇਹਨਾਂ ਦੇ ਗ੍ਰਹਿ ਮੰਤਰੀ ਦੇ ਮੰਤਰਾਲੇ ਜਿਹੜਾ ਇਹਨਾਂ ਦਾ ਮਤਲਬ ਕੰਮ ਢਿੱਲੇ ਆ, ਜਿਹੜੀ ਸਿਕਿਉਰਿਟੀ ਜਿਹੜੀ ਇਹਨਾਂ ਦੀ ਇੰਨੀ ਕਮੀ ਹੈ ਜਿਹੜੀ, ਉਹਦੇ ਬਾਵਜੂਦ ਵੀ ਇੰਨਾ ਆ ਗਿਆ ਵਾ। ਇਹੀ ਚੀਜ਼ ਪੰਜਾਬ ਦੇ ਵਿੱਚ ਹੁੰਦੀ ਤੇ ਇਹਨਾਂ ਨੇ ਕਿੱਥੇ ਗੱਲ ਚੁੱਕਣੀ ਪੰਜਾਬ ਦੇ ਹੁੰਦੀ, ਤੇ ਅੱਜ ਪੰਜਾਬੀ ਲੋਕ ਇਹਨਾਂ ਨੇ ਕਿਸਾਨ ਦੁਨੀਆ ਦੇ ਵਿੱਚ ਸੰਘਰਸ਼ ਜਿਹੜਾ ਬਹੁਤ ਦੂਰ ਤੱਕ ਲੈ ਜਾਣਾ ਸੀ। ਇਹ ਤੇ ਹੁਣ ਇਹ ਮੈਂ ਮੀਡੀਅਮ ਨੂੰ, ਗੋਦੀ ਮੀਡੀਅਮ ਨੂੰ ਕਹੂੰਗਾ ਕਿ ਇਹ ਚੀਜ਼ ਇਹਨਾਂ ਦੇ ਛੁਪਾ ਕੇ ਰੱਖੀ, ਇਹ ਚੀਜ਼ ਸ਼ੋਅ ਹੋਣੀ ਚਾਹੀਦੀ ਸਾਰਿਆਂ ਦੇ ਵਿੱਚ। ਇਹਦੇ ਵਿੱਚ ਸਭ ਨੂੰ ਹੋਵੇ। ਆ ਇੱਕ ਕਿਸੇ ਕੋਲੋਂ 10 ਗ੍ਰਾਮ ਹੈਰੋਇਨ ਫੜੀ ਜਾਵੇ, 20 ਗ੍ਰਾਮ ਫੜੀ ਜਾਵੇ ਤਾਂ ਉੱਥੇ ਵੱਡੀਆਂ ਧਾਰਾਵਾਂ ਲੱਗਦੀਆਂ ਨੇ। ਅੱਜ ਕੀ ਲੱਗਦਾ ਹੈ ਕਿ ਇੰਨੀ ਵੱਡੀ ਖੇਪ ਫੜੀ ਗਈ ਹੈ ਔਰ ਮੀਡੀਆ ਜਿਹੜਾ ਹੈ, ਨੈਸ਼ਨਲ ਮੀਡੀਆ ਬੋਲਿਆ ਹੀ ਨਹੀਂ। ਉਹ ਨਹੀਂ ਬੋਲਿਆ, ਉਹ ਉਹਨਾਂ ਦਾ ਖਰੀਦਿਆ ਹੋਇਆ ਮੀਡੀਆ, ਗੋਦੀ ਮੀਡੀਆ ਵਾ ਮੀਡੀਆ, ਜੋ ਉਹਨਾਂ ਦੇ ਨਹੀਂ ਬੋਲ ਰਿਹਾ। ਅੱਜ ਇੱਕ ਕੀ ਗੱਲ ਹੈ, 10 ਗ੍ਰਾਮ ਵੀ ਕਿਸੇ ਕੋ ਫੜੀ ਜਾਵੇ ਤੇ ਉਹ ਬੰਦੇ ਨੂੰ ਆਪਾਂ ਸ਼ੋਅ ਕਰ ਦਿੰਦੇ ਆ, ਜੇਲ੍ਹ 'ਚ ਵਾੜ ਦਿੰਦੇ ਆ। ਉਹਨਾਂ ਦੇ ਜ਼ਮਾਨਤ ਨਹੀਂ ਹੁੰਦੀ, ਉਹਨਾਂ ਦੀ 6-6 ਮਹੀਨੇ ਜ਼ਮਾਨਤ ਨਹੀਂ ਹੁੰਦੀ। ਤੁਹਾਨੂੰ ਪਤਾ ਹੀ ਹੈ, ਮੋਦੀ ਉਹਨਾਂ ਨੇ ਬੋਲਣਾ ਹੀ ਨਹੀਂ। ਇਹ ਸਿਰਫ ਉਹਨਾਂ ਦੇ ਜੋ ਖਰੀਦੇ ਹੋਏ ਚੀਜ਼ ਆ ਉਹ ਨਹੀਂ ਬੋਲ ਰਹੇ। ਇਹੀ ਕਿਸਾਨਾਂ ਦੇ ਉਦਾਂ ਦਾ ਅੱਜ ਬੜੀ ਦੂਰ ਤੱਕ ਵਾਲੇ ਇਹਨਾਂ ਨੂੰ ਦਲਾਲ ਦੱਸਦੇ, ਹੱਕਾਂ ਵਾਸਤੇ ਸਭ ਕੁਝ ਦੱਸਦੇ ਆ। ਅੱਜ ਬੈਠੇ ਵੇਖੋ, ਸਾਡਾ ਪਰਿਵਾਰ ਛੱਡ ਕੇ, ਸਾਡੀਆਂ ਮਾਵਾਂ ਭੈਣਾਂ ਬੱਚੇ ਛੱਡ ਕੇ ਇੱਥੇ ਬੈਠੀਆਂ ਵਾ। ਇਹ ਤੇ ਸਰਕਾਰ ਨੂੰ ਸੋਚਣਾ ਚਾਹੀਦਾ। ਰੇਲਵੇ ਟਰੈਕ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇੱਥੇ ਇਸ ਜਗ੍ਹਾ ਦੇ ਉੱਪਰ ਕਿਸਾਨ ਜਿਹੜੇ ਨੇ ਪਿਛਲੇ ਕਾਫੀ ਸਮਾਂ ਤੋਂ ਪਹਿਲਾਂ ਵੀ ਧਰਨਾ ਲਾ ਕੇ ਬੈਠੇ ਸੀਗੇ। ਸਵੇਰ ਦੀ ਕੋਈ ਟ੍ਰੇਨ ਜਿਹੜੀ ਆ ਉਹ ਇੱਥੇ ਫਿਲਹਾਲ ਨਹੀਂ ਹੈਗੀ, ਆਈ ਨਹੀਂ ਹੈਗੀ, ਕਿਉਂਕਿ 6 ਵਜੇ ਤੋਂ ਕਿਸਾਨ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਸੀਗੇ। ਸੋ ਜੇ ਅਸੀਂ ਗੱਲ ਕਰਦੇ ਹਾਂ ਤਾਂ ਇਹ ਇੱਥੇ ਰੇਲਵੇ ਟਰੈਕ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਔਰ ਇੱਥੇ ਭਾਰਤ ਬੰਦ ਦਾ ਜਿਹੜਾ ਸੱਦਾ ਸੀਗਾ ਉਸ ਨੂੰ ਸਫਲ ਬਣਾਉਣ ਦੇ ਲਈ ਕਿਸਾਨ ਜਿਹੜੇ ਨੇ ਉਹ ਜਥੇਬੰਦ ਹੋ ਕੇ ਇੱਥੇ ਬੈਠੇ ਹੋਏ ਨੇ, ਔਰ ਰੇਲਵੇ ਜਿਹੜੀ ਯਾਤਾਯਾਤ ਹੈਗੀ ਆ ਉਸ ਨੂੰ ਪੂਰਨ ਤੌਰ ਤੇ ਬੰਦ ਕੀਤਾ ਗਿਆ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ KTV UK ਦੇ ਉੱਪਰ, ਔਰ ਇਸ ਸਮੇਂ ਦੀਆਂ ਇਹ ਤਸਵੀਰਾਂ। ਉਸ ਤੋਂ ਬਾਅਦ ਤੁਹਾਨੂੰ ਅਸੀਂ ਬਾਜ਼ਾਰ ਬੰਦ ਹੈ ਉਹਦੀਆਂ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ। ਦੇਖਦੇ ਰਹੋ KTV UK। ਕੈਮਰਾ ਪਰਸਨ